ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਪੰਜਾਬੀ ਟੀਵੀ ਦੇਖ ਰਹੇ ਸਾਰੀਆਂ ਸੰਗਤਾਂ ਨੂੰ ਪ੍ਰੋਗਰਾਮ ਦਰਸ਼ਨ ਦੀਦਾਰ ਵਿੱਚ ਅੱਜ ਅਸੀਂ ਦਰਸ਼ਨ ਕਰਾਵਾਂਗੇ ਉਸ ਸਥਾਨ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਵਾਜ਼ ਪੜ੍ਹੀ ਸੀ। ਇਸ ਗੁਰਦੁਆਰੇ ਦਾ ਨਾਮ ਅੰਤਰਜਾਮ ਗੁਰਦੁਆਰਾ। ਸੋ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਅੰਤਰਜਾਮ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ। ਇੱਥੋਂ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ। ਭਾਈ ਸਾਹਿਬ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਔਰ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਜਾਣਕਾਰੀ ਤੁਹਾਡੇ ਤੋਂ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਬਾਜੀ ਗੁਰੂ ਪਿਆਰੀ ਸਵਾਰੀ ਸਾਧ ਸੰਗਤ ਜੀਓ। ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ, ਵੇਈ ਨਦੀ 'ਤੇ ਵਸਦਾ ਬੜਾ ਸੁੰਦਰ ਅਸਥਾਨ। ਔਰ ਇਸ ਸੁਲਤਾਨਪੁਰ ਲੋਧੀ ਦੀ ਮਹਾਨਤਾ ਇਹ ਹੈ ਕਿ ਇਸ ਨੂੰ ਅੱਜ ਆਪਾਂ ਦੂਸਰਾ ਨਨਕਾਣਾ ਸਾਹਿਬ ਕਹਿ ਕੇ ਵੀ ਯਾਦ ਕਰਦੇ ਹਾਂ, ਕਿਉਂਕਿ ਜਗਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦਾ ਤਕਰੀਬਨ 1.5 ਦਹਾਕਾ ਸਰਗੁਣ ਸਰੂਪ ਅੰਦਰ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਬਤੀਤ ਕੀਤਾ ਔਰ ਅਨੇਕਾਂ ਚੋਜ ਕੀਤੇ ਨੇ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਪਾਵਨ ਪਵਿੱਤਰ ਬਣਾਇਆ, ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਐਨ ਬੇਬੇ ਨਾਨਕੀ ਜੀ, ਭਾਈਆ ਜੈ ਰਾਮ ਜੀ, ਸਤਿਕਾਰਯੋਗ ਬਾਬਾ ਮਹਿਤਾ ਕਾਲੂ ਜੀ, ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਲਾਲੂ ਜੀ ਔਰ ਗੁਰੂ ਕੀ ਸੰਗਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦੇ ਨਾਲ ਬਾਰਾਤ ਵਿੱਚ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਔਰ ਇਸੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਤਿਕਾਰਯੋਗ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਔਰ ਹੋਰ ਅਨੇਕਾਂ ਗੁਰੂ ਕੇ ਪਿਆਰ ਵਾਲੇ ਸਤਿਕਾਰਯੋਗ ਭਾਈ ਮਰਦਾਨਾ ਜੀ, ਬਾਲਾ ਜੀ, ਇਹਨਾਂ ਨੇ ਵੀ ਆਪਣੇ ਪਾਵਨ ਪਵਿੱਤਰ ਚਰਨ ਪਾ ਕੇ ਇਸ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਪਾਵਨ ਪਵਿੱਤਰ ਔਰ ਪੂਜਨੀਕ ਬਣਾਇਆ। ਜਿੱਥੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਅਨੇਕਾਂ ਚੋਜ ਕੀਤੇ ਨੇ। ਜਿਸ ਅਸਥਾਨ 'ਤੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ, ਜਿਸ ਸਮੇਂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਾਲੇ ਸਥਾਨ ਤੋਂ ਵੇਈ ਨਦੀ ਅੰਦਰ ਪ੍ਰਵੇਸ਼ ਕਰਕੇ ਔਰ ਤੀਸਰੇ ਦਿਨ ਗੁਰਦੁਆਰਾ ਸ਼੍ਰੀ ਸੰਤ ਘਾਟ ਵਾਲੇ ਸਥਾਨ 'ਤੇ ਪ੍ਰਗਟ ਹੋਏ ਔਰ ਉੱਥੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਉਚਾਰੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਭਾਵ ਕਿ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ, ਅਸੀਂ ਸਾਰਿਆਂ ਦੇ ਵਿੱਚ ਇੱਕ ਰੱਬੀ ਜੋਤ ਨੂੰ ਵੇਖਦੇ ਹਾਂ, ਖੁਦਾਈ ਜੋਤ ਨੂੰ ਵੇਖਦੇ ਅਤੇ ਸਾਰਿਆਂ ਨੂੰ ਪਿਆਰ ਕਰਦੇ। ਸਾਡੇ ਵਾਸਤੇ ਸਾਰੇ ਹੀ ਬਰਾਬਰ ਨੇ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਸੁਣ ਕੇ ਸਮੇਂ ਦੇ ਧਾਰਮਿਕ ਆਗੂਆਂ ਨੇ, ਕਾਜੀ ਮੁਲਾਣਿਆਂ ਨੇ ਸਵਾਲ ਕੀਤਾ। ਕਹਿਣ ਲੱਗੇ, ਮਹਾਰਾਜ ਜੀ, ਜੇ ਤੁਸੀਂ ਸਾਰਿਆਂ ਦੇ ਸਾਂਝੇ ਹੋ ਅਤੇ ਸਾਰਿਆਂ ਨੂੰ ਇੱਕ ਰੂਪ ਕਰਕੇ ਜਾਣਦੇ ਹੋ, ਫਿਰ ਚਲੋ ਸਾਡੇ ਨਾਲ ਚੱਲ ਕੇ ਨਮਾਜ਼ ਅਦਾ ਕਰੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਚਲੋ ਪਿਆਰਿਓ। ਔਰ ਉਸ ਸਮੇਂ ਗੁਰੂ ਕੀ ਸੰਗਤ ਇਸ ਅਸਥਾਨ 'ਤੇ ਸ਼ਾਹੀ ਮਸੀਤ ਹੋਇਆ ਕਰਦੀ ਸੀ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਨਮਾਜ਼ ਅਦਾ ਕਰਨ ਵਾਸਤੇ ਨਮਾਜ਼ ਅਦਾ ਕੀ ਕਰਨੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਉਹਨਾਂ ਨੂੰ ਨਮਾਜ਼ ਪੜ੍ਹਨ ਦੀ ਜਾਚ ਦੱਸਣ ਵਾਸਤੇ ਇਸ ਅਸਥਾਨ 'ਤੇ ਆਏ। ਔਰ ਉਸ ਸਮੇਂ ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਸੀ ਕਿ ਅੱਜ ਨਾਨਕ ਨੇ ਮੁਸਲਮਾਨ ਹੋ ਜਾਣਾ ਹੈ। ਅਤੇ ਇਸ ਰੌਲੇ ਨੂੰ ਸੁਣ ਕੇ ਸਾਰੇ ਸ਼ਹਿਰ ਦੇ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ। ਇਕੱਠ ਇੰਨਾ ਵੱਡਾ ਹੋ ਗਿਆ ਸਾਧ ਸੰਗਤ ਜੀ ਕਿ ਸੁਣ ਕੇ ਇਸ ਗੱਲ ਨੂੰ ਕਿ ਅੱਜ ਨਾਨਕ ਨੇ ਮੁਸਲਮਾਨ ਹੋ ਜਾਣਾ, ਸਤਿਕਾਰਯੋਗ ਭਾਈਆ ਜੈ ਰਾਮ ਜੀ ਵੀ ਬੜਾ ਚਿੰਤਤ ਸੀ ਵੀ ਮੈਂ ਆਪਣੀ ਜ਼ਿੰਮੇਵਾਰੀ 'ਤੇ ਨਾਨਕ ਨੂੰ ਲੈ ਕੇ ਆਇਆ ਮੈਂ, ਅਤੇ ਲੋਕਾਂ ਨੇ ਅਤੇ ਬਾਬਾ ਮਹਿਤਾ ਕਾਲੂ ਜੀ ਨੇ ਮੈਨੂੰ ਕਹਿਣਾ ਕਿ ਤੂੰ ਗੁਰੂ ਨਾਨਕ ਸਿੰਘ ਨੂੰ ਆਪਣੇ ਨਾਨਕ ਨੂੰ ਚੰਗੀ ਤਰ੍ਹਾਂ ਉਹਨਾਂ ਨੂੰ ਸੰਭਾਲਿਆ ਨਹੀਂ, ਉਹਨਾਂ ਨੂੰ ਆਪਣੇ ਕੋਲ ਰੱਖ ਕੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਨਿਭਾਈ ਨਹੀਂ ਹੈ। ਬੜੇ ਚਿੰਤਤ ਨੇ ਅਤੇ ਸਤਿਕਾਰਯੋਗ ਬੇਬੇ ਨਾਨਕੀ ਜੀ ਪੁੱਛਦੇ ਨੇ ਕੀ ਗੱਲ ਹੈ। ਭਾਈਆ ਜੈ ਰਾਮ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਅੱਜ ਨਾਨਕ ਨੇ ਮੁਸਲਮਾਨ ਹੋ ਜਾਣਾ ਹੈ। ਬੇਬੇ ਨਾਨਕੀ ਜੀ ਕਹਿਣ ਲੱਗੇ ਤੁਸੀਂ ਡਰੋ ਨਾ, ਉਹ ਤਾਂ ਆਪ ਭਗਵਾਨ ਨੇ, ਆਪ ਰੱਬ ਨੇ। ਫਿਰ ਸਾਧ ਸੰਗਤ ਜੀ ਕਹਿਣ ਲੱਗੇ ਜੇ ਤੁਹਾਨੂੰ ਮਨ ਵਿੱਚ ਕਿਸੇ ਤਰ੍ਹਾਂ ਦਾ ਸ਼ੰਕਾ ਤੇ ਆਪਾਂ ਆਪਣੇ ਪਰਮਾਨੰਦ ਜੀ ਸਾਧ ਸੰਗਤ ਜੀ ਬ੍ਰਾਹਮਣ ਨੇ, ਉਹਨਾਂ ਨੂੰ ਭੇਜਦੇ ਨੇ, ਸਾਰੀ ਖਬਰ ਲੈ ਕੇ ਆਉਣਗੇ। ਔਰ ਜਿਸ ਸਮੇਂ ਇਸ ਅਸਥਾਨ 'ਤੇ ਸਾਧ ਸੰਗਤ ਜੀ ਆਏ ਨੇ ਖਬਰ ਲੈਣ ਵਾਸਤੇ, ਇੰਨਾ ਕੁ ਇਕੱਠ ਸੀ ਕਿ ਉਹਨਾਂ ਨੂੰ ਅੱਗੇ ਪਹੁੰਚਣਾ ਵੀ ਔਖਾ ਹੋ ਗਿਆ, ਜਿਸ ਦਾ ਜ਼ਿਕਰ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ। ਹੁਣ ਸਾਧ ਸੰਗਤ ਜੀ ਜਿਸ ਸਮੇਂ ਕਾਜੀ ਮੁੱਲਾ ਲੋਕ ਆਪਣੀ ਅਦਾ ਵਿੱਚ ਭਾਵ ਕੋਡੇ ਹੋ ਕੇ ਨਮਾਜ਼ ਅਦਾ ਕਰਨ ਲੱਗੇ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸਥਾਨ 'ਤੇ ਸਿੱਧੇ ਖੜੇ ਰਹੇ ਨੇ। ਜਦੋਂ ਨਮਾਜ਼ ਕਰਕੇ ਫਾਰਗ ਹੋਏ, ਫਿਰ ਕਾਜੀ ਕਹਿਣ ਲੱਗਾ, ਮਹਾਰਾਜ ਤੁਸੀਂ ਆਖਦੇ ਸੀ ਕਿ ਅਸੀਂ ਤੇ ਸਾਰਿਆਂ ਦੇ ਸਾਂਝੇ ਹਾਂ,
ਫਿਰ ਸਾਡੇ ਨਾਲ ਨਮਾਜ਼ ਕਿਉਂ ਨਹੀਂ ਅਦਾ ਕੀਤੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਆਰਿਓ, ਸਰੀਰ ਕਰਕੇ ਤੁਸੀਂ ਵੀ ਇੱਥੇ ਹਾਜ਼ਰ ਸੀ, ਸਰੀਰ ਕਰਕੇ ਅਸੀਂ ਵੀ ਮੌਜੂਦ ਸੀ। ਨਮਾਜ਼ ਵਿੱਚ ਤੁਹਾਡਾ ਮਨ ਨਹੀਂ ਸੀ, ਧਿਆਨ ਨਹੀਂ ਸੀ। ਤੇ ਕਹਿਣ ਲੱਗੇ, ਮਹਾਰਾਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੱਚੀ ਮੁੱਚੀ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਸਾਡੇ ਸਾਹਮਣੇ ਖੋਲ੍ਹ ਕੇ ਰੱਖੋ। ਉਸ ਸਮੇਂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਕਾਜੀ ਤੇਰਾ ਤੇ ਮਨ ਜਿਹੜਾ ਹੈ ਨਾ ਉਹ ਘਰ ਗਿਆ ਸੀ ਕਿ ਮੇਰੀ ਜਿਹੜੀ ਘਰ ਦੇ ਵਿੱਚ ਘੋੜੀ ਸੂਈ ਹੈ, ਛੋਟੀ ਜੀ ਉਹਦੀ ਵਛੇਰੀ ਨਵਜੰਮੀ ਹੈ, ਤੇ ਘਰ ਵਿੱਚ ਡੂੰਘਾ ਟੋਆ ਹੈ, ਖੂਹੀ ਹੈ, ਕਿਤੇ ਖੂਹੀ ਵਿੱਚ ਡਿੱਗ ਕੇ ਨਵਜੰਮੀ ਵਛੇਰੀ ਦੀ ਮੌਤ ਨਾ ਹੋ ਜਾਵੇ। ਤੂੰ ਤੇ ਉਹਦੀ ਰਾਖੀ ਕਰਦਾ ਪਿਆ ਸੀ, ਸਰੀਰ ਕਰਕੇ ਇੱਥੇ ਸੀ ਪਰ ਧਿਆਨ ਤੇਰਾ ਘਰੇ ਭਟਕਦਾ ਪਿਆ ਸੀ। ਕਾਜੀ ਨੇ ਹੱਥ ਜੋੜ ਦਿੱਤੇ, ਕਹਿਣ ਲੱਗੇ, ਸੱਚਮੁੱਚ ਮਹਾਰਾਜ ਮੇਰੇ ਜ਼ਿਹਨ ਵਿੱਚ ਇਹੀ ਖਿਆਲ ਚੱਲਦੇ ਸੀ। ਤੋ ਆਪ ਜੀ ਨੇ ਕਿਰਪਾ ਕਰਕੇ ਮਹਾਰਾਜ ਫਿਰ ਨਵਾਬ ਦੇ ਨਾਲ ਨਿਵਾਜ ਅਦਾ ਕਰ ਲੈਣੀ ਸੀ। ਸਾਹਿਬ ਕਹਿਣ ਲੱਗੇ, ਨਵਾਬ ਦਾ ਮਨ ਕਿਹੜਾ ਇੱਥੇ ਸੀ? ਉਹ ਤੇ ਕਾਬਲ ਦੀ ਧਰਤੀ ਤੇ ਸੋਹਣੀਆਂ ਸੋਹਣੀਆਂ ਨਸਲਾਂ ਦੇ ਘੋੜੇ ਖਰੀਦਦਾ ਪਿਆ ਸੀ। ਨਵਾਬ ਦੌਲਤ ਖਾਨ ਨੇ ਵੀ ਹੱਥ ਜੋੜ ਦਿੱਤੇ, ਕਹਿਣ ਲੱਗਾ, ਸੱਚੇ ਪਾਤਸ਼ਾਹ ਸੱਚਮੁੱਚ ਮੈਂ ਵੀ ਖਿਆਲਾਂ ਵਿੱਚ ਉੱਥੇ ਹੀ ਗਵਾਚਿਆ ਹੋਇਆ ਸੀ। ਸੋ ਇਸ ਅਸਥਾਨ 'ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭਨਾਂ ਦੇ ਮਨਾਂ ਦੀਆਂ ਬਾਤਾਂ ਜਿਹੜੀਆਂ ਪ੍ਰਗਟ ਕੀਤੀਆਂ। ਉਸੇ ਗੱਲ 'ਤੇ ਗੁਰੂ ਕੀ ਸੰਗਤ ਸਤਿਕਾਰਯੋਗ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਕੀਤੀ ਗਈ ਹੈ। ਅਤੇ ਉਸੇ ਬਾਤ 'ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੀ ਗੁਰਦੁਆਰਾ ਸ਼੍ਰੀ ਅੰਤਰਜਾਮਤਾ ਸਾਹਿਬ ਰੱਖਿਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਭ ਦੇ ਮਨਾਂ ਦੀਆਂ ਬਾਤਾਂ ਜਾਣੀਆਂ ਅਤੇ ਜ਼ਾਹਰ ਕੀਤੀਆਂ। ਨਾਲ ਸਾਧ ਸੰਗਤ ਜੀ ਉਪਦੇਸ਼ ਕੀਤਾ ਹੈ ਕਿ ਭਗਤੀ ਕਰਨੀ, ਬੰਦਗੀ ਕਰਨੀ, ਇਬਾਦਤ ਕਰਨੀ ਉਹੀ ਕਬੂਲ ਹੈ ਜਿਹਦੇ ਵਿੱਚ ਸਰੀਰ ਦੇ ਨਾਲ ਧਿਆਨ ਵੀ ਜੁੜਿਆ ਹੋਵੇ, ਮਨ ਵੀ ਜੁੜਿਆ ਹੋਵੇ, ਸੁਰਤ ਵੀ ਜੁੜੀ ਹੋਵੇ, ਜਿਸ ਨੂੰ ਸਾਹਿਬ ਬਾਣੀ 'ਚ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਮਨ ਬਚ ਕਰਮ ਸੇਵੀਏ ਸੱਚਾ। ਉਹੀ ਭਗਤੀ ਪ੍ਰਵਾਨ ਜਿਹੜੀ ਮਨ ਕਰਕੇ, ਬਚਨਾ ਕਰਕੇ, ਕਰਮ ਕਰਕੇ ਕੀਤੀ ਜਾਵੇ। ਕੋਈ ਵੀ ਕੰਮ ਸਾਧ ਸੰਗਤ ਉਹੀ ਸਫਲਾ ਹੁੰਦਾ ਜਿਹਦੇ ਵਿੱਚ ਧਿਆਨ ਜੁੜਿਆ ਹੋਵੇ। ਗੁਰੂ ਨਾਨਕ ਸਾਹਿਬ ਜੀ ਨੇ ਮਨ ਦੀ ਪਵਿੱਤਰਤਾ, ਭਗਤੀ ਕਰਨ ਦੀ, ਬੰਦਗੀ ਕਰਨ ਦੀ ਇਸ ਜਗ੍ਹਾ 'ਤੇ ਸਾਧ ਸੰਗਤ ਜੀ ਦਾਤ ਬਖਸ਼ਿਸ਼ ਕੀਤੀ ਹੈ। ਅਤੇ ਗੁਰੂ ਕੇ ਪਿਆਰ ਵਾਲਿਓ, ਅੱਜ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਮਨ ਦੀ ਪਵਿੱਤਰਤਾ ਦੀ ਦਾਤ, ਭਗਤੀ ਬੰਦਗੀ ਕਰਨ ਦੀ ਜੁਗਤ ਗੁਰੂ ਨਾਨਕ ਦੇ ਘਰ ਤੋਂ ਲੈ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੀਆਂ ਨੇ। ਸੋ ਗੁਰੂ ਕੀ ਸੰਗਤ ਜਿੱਥੇ ਆਪ ਜੀ ਸੁਲਤਾਨਪੁਰ ਲੋਧੀ ਆਉਂਦੇ ਹੋ, ਜਦੋਂ ਵੀ ਸਮਾਂ ਬਣੇ ਇਹਨਾਂ ਸਾਰਿਆਂ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਆਪਣਾ ਜੀਵਨ ਸਫਲਾ ਬਣਾਓ ਜੀ। ਸੋ ਇਹ ਸੀ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਜਿਨ੍ਹਾਂ ਨੇ ਪੂਰਾ ਵਿਸਤਾਰ ਪੂਰਵਕ ਸਾਨੂੰ ਜਾਣਕਾਰੀ ਦਿੱਤੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ।